ਤੁਹਾਡੇ ਮੁਤਾਬਕ ਮਤਾ ਕੀ ਹੋਣਾ ਚਾਹੀਦਾ ਹੈ? ਜਥੇਦਾਰਾਂ ਦੇ ਸੰਦੇਸ਼ ਦੇ ਵਿੱਚੋਂ ਉਹ ਜੀ ਫੋਰਸਾਈਟਿੰਗ ਭਵਿੱਖ ਦੀ ਕੋਈ ਗੱਲ ਮੈਨੂੰ ਨਜ਼ਰ ਨਹੀਂ ਆਈ। ਉਹ ਪਹਿਲਾ ਝੂਠਾ ਬਿਆਨ ਅਕਾਲ ਤਖਤ ਦੇ ਜਥੇਦਾਰ ਨੇ ਦਿੱਤਾ, ਕੋਠਾ ਸਾਹਿਬ ਠੀਕ ਠਾਕ ਹੈ, ਜਦ ਕਿ ਕੋਠਾ ਸਾਹਿਬ ਠੀਕ ਠਾਕ ਨਹੀਂ ਸੀ। ਪਰ ਉਹ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਸਕਦਾ ਹੈ। ਇਸੇ ਕਰਕੇ ਪੋਲੀਟੀਕਲ ਬੰਦੇ ਕਿਉਂ ਦਿੰਦੇ ਨੇ? ਪੋਲੀਟੀਕਲ ਬੰਦੇ ਤਾਂ ਦਿੰਦੇ ਨੇ ਕਿਉਂਕਿ ਜਥੇਦਾਰ ਦਿੰਦਾ ਨਹੀਂ। ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਨੇਕ ਅਗਵਾਈ ਤੁਹਾਨੂੰ ਲੱਗਦਾ ਨਹੀਂ ਕੌਮ ਨੂੰ ਕਿਤੇ ਲਿਜਾਵੇਗੀ? ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਦਿਲੋਂ ਇੱਕ ਬਹੁਤ ਵਧੀਆ ਵਿਦਵਾਨ ਸੱਜਣ ਦੇ ਤੌਰ ਤੇ ਸਤਿਕਾਰ ਕਰਦਾ। ਸਰਬੱਤ ਖਾਲਸਾ ਦੇ ਪ੍ਰਬੰਧਕਾਂ ਚੋਂ ਇੱਕ ਧਿਰ ਹੋਣ ਦੇ ਨਾਤੇ ਜਦੋਂ ਤੱਕ ਕੌਮ ਦਾ ਕੋਈ ਅਗਲਾ ਫੈਸਲਾ ਨਹੀਂ ਹੋ ਜਾਂਦਾ, ਮੈਂ ਸਰਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਮੰਡ ਸਾਹਿਬ, ਬਲਜੀਤ ਸਿੰਘ ਦਾਦੂਵਾਲ ਤੇ ਅਜਨਾਲਾ ਸਾਹਿਬ ਨੂੰ ਹੀ ਜਥੇਦਾਰ ਮੰਨਦਾ। ਕੀ ਉਹਨਾਂ ਦੀ ਨੇਕ ਅਗਵਾਈ ਪਿਛਲੇ ਦਿਨਾਂ ਵਿੱਚ ਆਰਐਸਐਸ ਦੇ ਖਿਲਾਫ ਬਿਆਨ ਦੇਣਾ, ਗਤੀਵਿਧੀਆਂ ਦੇ ਸ਼ਹੀਦਾਂ ਦੇ ਹੱਕ ਦੇ ਵਿੱਚ ਬਿਆਨ ਦੇਣਾ, ਤਾਂ ਰਵਨੀਤ ਬਿੱਟੂ ਨੇ ਉਦੋਂ ਵੀ ਵਿਰੋਧ ਕੀਤਾ ਸੀ ਉਹਨਾਂ ਦਾ, ਤੁਹਾਨੂੰ ਲੱਗਦਾ ਨਹੀਂ ਵੀ ਉਹ ਕੁਝ ਐਸੇ ਡਿਸੀਜਨ ਲੈ ਰਹੇ ਨੇ? 35-40 ਸਾਲ ਦਾ ਤਜਰਬਾ ਇਹ ਵੀ ਅੰਦਰੋਂ ਕਹਿੰਦਾ ਹੈ ਕਿ ਕਿਤੇ ਗਿਆਨੀ ਜੀ ਬਾਦਲ ਦੇ ਕਹਿਣ ਤੇ ਤਾਂ ਨਹੀਂ ਦਬਾਅ ਬਣਾ ਰਹੇ। ਉਹਦਾ ਸ਼ੱਕ ਤਾਂ ਪੈਂਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹਦੇ ਤੇ ਬਾਦਲਾਂ ਦੀ ਸਿੱਧੀ ਗੱਲ ਆਉਂਦੀ ਹੈ ਤੇ ਗਿਆਨੀ ਜੀ ਉਸ ਬਾਰੇ ਤਾਂ ਕੋਈ ਬਿਆਨ ਦਿੰਦੇ ਨਹੀਂ ਹਨ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਸਵਾਗਤ ਹੈ ਜੀ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ ਵਾ ਕੋਈ ਨਾ ਕੋਈ ਮੁੱਦਾ ਲੈ ਕੇ, ਕੋਈ ਨਾ ਕੋਈ ਨਵੀਂ ਸ਼ਖਸੀਅਤ ਲੈ ਕੇ। ਅੱਜ ਮੇਰੇ ਨਾਲ ਉਹੀ ਸ਼ਖਸੀਅਤ ਹੈ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸਾਂ ਕਿ ਪ੍ਰੋਫੈਸਰ ਮਹਿੰਦਰਪਾਲ ਸਿੰਘ ਮੇਰੇ ਨਾਲ ਹੋਣਗੇ ਤੇ ਆਪਣੇ 7ਵੇਂ ਭਾਗ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਦੋਂ 6 ਜੂਨ ਆਉਂਦੀ ਹੈ ਹਰ ਸਾਲ, ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰੋਂ ਮਤਾ ਪੜ੍ਹਿਆ ਜਾਂਦਾ ਹੈ। ਜਦੋਂ ਮਤਾ ਪੜ੍ਹਿਆ ਜਾਂਦਾ, ਕੌਮ ਬੜੇ ਚਾਵਾਂ ਦੇ ਨਾਲ ਜਾਂਦੀ ਹੈ, ਉੱਥੇ ਮਤਾ ਪੜ੍ਹਿਆ ਜਾਂਦਾ ਹੈ। ਕਿਤੇ ਨਾ ਕਿਤੇ ਉਹਨਾਂ ਨੂੰ ਐਸਾ ਲੱਗਦਾ ਵੀ ਸਾਨੂੰ ਇੱਥੋਂ ਸ਼ਾਇਦ ਕੋਈ ਦਿਸ਼ਾ ਦਿਖਾਈ ਜਾਵੇਗੀ। ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ, ਬਟ ਜਦੋਂ ਉਹਨਾਂ ਨੂੰ ਐਸਾ ਨਹੀਂ ਜਾਪਦਾ, ਮੈਂ ਲੋਕਾਂ ਦੀ ਗੱਲ ਕਰਦਾ, ਉਹਨਾਂ ਨੂੰ ਐਸਾ ਨਹੀਂ ਜਾਪਦਾ, ਜੋ ਮਨੋਰਥ ਜੋ ਸੁਪਨਾ ਆਪਣੇ ਅੰਦਰ ਲੈ ਕੇ ਗਏ ਹੁੰਦੇ ਨੇ, ਤੇ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਐਸਾ ਲੱਗਦਾ ਕਿ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਅਸੀਂ ਉਹਨਾਂ ਦੇ ਮਕਸਦ, ਮਨੋਰਥ, ਕੌਮੀ ਕਰ ਔਰ ਇੰਜ ਕਹਿ ਲਈਏ ਕਿ ਆਪਸੀ ਪਿਆਰ, ਆਪਸੀ ਜਥੇਬੰਦਕ ਹੋ ਕੇ ਚੱਲਣਾ ਤੇ ਰਾਜ ਸ਼ਕਤੀ ਵੱਲ ਵਧਣਾ, ਅਸੀਂ ਕਿਤੇ ਨਾ ਕਿਤੇ ਖੁੰਝ ਗਏ ਹਾਂ। ਉਹ ਸਾਰੀਆਂ ਗੱਲਾਂ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਆਉਂਦੀਆਂ ਨੇ। ਆਓ ਅੱਜ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਨਾਲ ਕਿ ਜਦੋਂ ਵੀ 6 ਜੂਨ ਨੂੰ ਮਤੇ ਪੜ੍ਹੇ ਜਾਂਦੇ ਨੇ, ਇਹਨਾਂ ਦੀ ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ ਉਹਨਾਂ ਦੇ ਨਾਲ, ਕਿਉਂਕਿ ਜੇ ਗੱਲ ਕਰੀਏ ਤਾਂ ਇਹਨਾਂ ਦੀ ਪਾਰਟੀ ਵੀ ਇਨਵੋਲਵ ਹੁੰਦੀ ਉਹਦੇ ਵਿੱਚ। ਆਓ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡੇ ਧੰਨਵਾਦੀ ਹਾਂ, ਸਾਡੀ ਬੇਨਤੀ ਪ੍ਰਵਾਨ ਕਰ ਦਿਓ। ਪ੍ਰੋਫੈਸਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ 6 ਜੂਨ ਦੀ, 6 ਜੂਨ ਨੂੰ ਮਤਾ ਪੜ੍ਹਿਆ ਜਾਂਦਾ ਹੈ, ਉਹ ਸਿੰਘ ਸਾਹਿਬ ਵੀ ਪੜ੍ਹਦੇ ਨੇ, ਤੁਹਾਡੀ ਪਾਰਟੀ ਦੇ ਵਿੱਚੋਂ ਵੀ ਪੜ੍ਹਿਆ ਜਾਂਦਾ ਹੈ, ਭਾਵੇਂ ਉਹ ਵੱਖਰੇ ਰੂਪ ਦੇ ਵਿੱਚ ਹੈ। ਉੱਥੇ ਮੰਡ ਸਾਹਿਬ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਜਾਂਦੇ ਨੇ, ਭਾਵੇਂ ਉਸ ਤੋਂ ਪਹਿਲਾਂ ਗ੍ਰਿਫਤਾਰੀਆਂ ਹੁੰਦੀਆਂ, ਬੜਾ ਕੁਝ ਹੁੰਦਾ ਹੈ। ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਜਦੋਂ ਜਥੇਦਾਰ ਸਾਹਿਬ ਉੱਥੇ ਮਤਾ ਪੜ੍ਹਦੇ ਨੇ, ਤੁਹਾਨੂੰ ਕੀ ਲੱਗਦਾ ਵੀ ਉਹ ਮਤਾ ਕੈਸਾ ਹੋਣਾ ਚਾਹੀਦਾ ਹੈ? ਸਾਨੂੰ ਰਾਜ ਸੱਤਾ ਵੱਲ ਵਧਾਉਂਦਾ ਹੋਵੇ, ਸਾਡੇ ਅੰਦਰੋਂ ਉਹ ਕੌਮੀ ਅਣਖ ਨੂੰ ਜਗਾਉਂਦਾ ਹੋਵੇ, ਜਾਂ ਸਾਨੂੰ ਇਹ ਸਿਰਫ ਇਹ ਕਹਿ ਦਿੱਤਾ ਜਾਂਦਾ ਵੀ ਇਹ ਜੋ ਕੁਝ ਹੋਇਆ ਹਜਮ ਕਰ ਲਓ, ਸਿੱਖ ਨਸਲ ਕੁਸ਼ੀ ਨੂੰ ਹਜਮ ਕਰਨ ਵਾਲੇ ਪਾਸੇ ਲੈ ਕੇ ਜਾਂਦਾ ਹੈ? ਤੁਹਾਡੇ ਮੁਤਾਬਕ ਮਤਾ ਕੀ ਹੋਣਾ ਚਾਹੀਦਾ ਹੈ? ਬਹੁਤ ਹੀ ਅਹਿਮ ਸਵਾਲ, ਜਿਵੇਂ ਕਿ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ, ਆਪਾਂ ਪਿਛਲੇ ਦਿਨਾਂ ਵਿੱਚ ਵੀ ਐਪੀਸੋਡ ਕੀਤੇ ਨੇ ਜੀ। ਉਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਮਹੱਤਵਪੂਰਨ ਸਵਾਲਾਂ ਵਿੱਚੋਂ ਇਹ ਇੱਕ ਸਵਾਲ ਹੈ ਜੀ, ਕਿਉਂਕਿ ਅੱਗੇ ਵੀ ਕੌਮ ਨੂੰ ਕੋਈ ਅਗਵਾਈ ਦੇਣੀ ਹੈ ਤੇ ਜੇ ਅਗਵਾਈ ਅਕਾਲ ਤਖਤ ਸਾਹਿਬ ਤੋਂ ਨਹੀਂ ਮਿਲੂਗੀ ਤੇ ਹੋਰ ਕਿੱਥੋਂ ਅਸੀਂ ਆਸ ਕਰ ਸਕਦੇ ਹਾਂ। ਇੱਕ ਗੱਲ ਪਿਛਲੇ ਐਪੀਸੋਡ ਦੇ ਵਿੱਚ ਰਹਿ ਗਈ ਸੀ, ਤੁਸੀਂ ਕਲਾ ਦੀ ਗੱਲ ਕੀਤੀ ਸੀ, ਯੁੱਧ ਕਲਾ ਦੀ, ਵੀ ਇੱਥੇ ਕੁਝ ਹੋਇਆ ਵੀ, ਮੈਂ ਉਹ ਗੱਲ ਕਰਕੇ ਇਹ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਵੀ ਕਲਾ ਨੂੰ ਦੇਖਣਾ ਹੋਵੇ, ਇਸ ਘੱਲੂਘਾਰੇ ਦੇ ਵਿੱਚ ਜੋ ਯੁੱਧ ਹੋਇਆ 2 ਤਖਤਾਂ ਦਾ, ਉਹਦੇ 'ਚੋਂ ਜਿਹੜਾ ਸੰਤ ਜਰਨੈਲ ਸਿੰਘ ਜੀ ਦੀ ਕਮਾਂਡ ਦੇ ਹਿੱਸੇ ਰੋਲ ਆਇਆ,
1971 ਦਾ ਮੈਨੂੰ ਯਾਦ ਆਉਂਦਾ ਹੈ ਕਿ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਬੰਗਲਾਦੇਸ਼ ਦੇ ਮਾਮਲੇ 'ਚ ਹੋ ਰਹੀ ਸੀ। ਤਾਂ ਜਨਰਲ ਨਿਆਜ਼ੀ ਜਿਹੜਾ ਕਿ ਪਾਕਿਸਤਾਨ ਵੱਲੋਂ 90,000 ਦੀ ਫੌਜ ਲੈ ਕੇ ਉੱਥੇ ਇੰਡੀਆ ਦਾ ਬੰਗਲਾਦੇਸ਼ ਬਣਾਉਣ ਦੇ ਮਨਸੂਬੇ ਦਾ ਵਿਰੋਧ ਕਰਨ ਆਇਆ ਸੀ। ਉਹਨੇ ਸਬੱਬੀ ਉੱਥੇ ਵੀ ਜਨਰਲ ਸੁਬੇਗ ਸਿੰਘ ਹੀ ਐਕਟ ਕਰ ਰਹੇ ਸੀ, ਉਸ ਵਕਤ ਇੰਡੀਅਨ ਮਿਲਟਰੀ ਵੱਲੋਂ ਕਰ ਰਹੇ ਸੀ। ਜਨਰਲ ਜਗਜੀਤ ਸਿੰਘ ਅਰੋੜਾ ਉਹ ਵੀ ਸਿੱਖ ਸੀ, ਉਹ ਕਰ ਰਹੇ ਸੀ ਕਮਾਂਡ। ਪਰ ਜਨਰਲ ਨਿਆਜ਼ੀ ਨੇ ਆਪਣੇ ਆਪ ਨੂੰ ਇੰਨਾ ਮਜਬੂਰ ਸਮਝਿਆ ਕਿ 90,000 ਫੌਜ ਤੇ ਉਸ ਵਕਤ ਦੇ ਆਧੁਨਿਕ ਹਥਿਆਰ ਟੈਂਕ ਲੈ ਕੇ ਵੀ ਉਹਨੇ ਆਤਮ ਸਮਰਪਣ ਕਰਤਾ। ਇਹਦੀ ਗਵਾਹੀ ਤਾਂ ਇਤਿਹਾਸ ਦਿੰਦਾ ਹੈ। ਇੱਧਰ ਲੱਖ ਚਾਹੇ ਬਰਾੜ ਨੇ ਕਿਤਾਬ ਲਿਖੀ ਹੈ, ਚਾਹੇ ਕੁਝ ਹੋਰ ਕਿਤਾਬਾਂ ਲਿਖੀਆਂ ਗਈਆਂ ਨੇ, ਕੋਈ ਸਾਡੇ ਹੱਕ ਵਾਲਿਆਂ ਨੇ ਲਿਖੀਆਂ ਨੇ, ਕੋਈ ਸਾਡੇ ਵਿਰੋਧ ਵਾਲਿਆਂ ਨੇ ਲਿਖੀਆਂ ਨੇ, ਪਰ 250 ਤੋਂ 400 ਤੋਂ ਵੱਧ ਗਿਣਤੀ ਨਹੀਂ ਗਿਣੀ ਗਈ। ਕਿੰਨੇ ਬੰਦੇ ਅੰਦਰੋਂ ਲੜ ਰਹੇ ਸੀ ਜਦੋਂ ਉਹਨਾਂ ਦੀ ਗਿਣਤੀ ਕੀਤੀ ਗਈ ਹੈ। ਠੀਕ ਹੈ, ਇਨੋਸੈਂਟ ਬੀਬੀਆਂ ਬੱਚੇ ਜਿੰਨੇ ਮਰਜ਼ੀ ਭਾਰਤੀ ਹਕੂਮਤ ਨੇ ਮਾਰੇ ਹੋਣ, ਜਿਹੜੇ ਸ਼ਹੀਦੀ ਗੁਰਪੁਰਬ ਮਨਾਉਣ ਆਏ ਸੀ, ਪਰ ਮੈਂ ਉਸ ਕਲਾ ਤੇ ਫਿਰ ਜਾਨਾ ਕਿ 90,000 ਫੌਜ ਤੇ ਆਧੁਨਿਕ ਹਥਿਆਰ ਬਰਾਬਰ ਦੇ ਲੈ ਕੇ ਵੀ ਜਿਹੜਾ ਮੈਦਾਨ 'ਚ ਨਹੀਂ ਟਿਕ ਸਕਿਆ। ਤੇ ਅਫਜ਼ਲ ਅਹਿਸਾਨ ਰੰਧਾਵਾ ਨੇ ਇਹਦੀ ਗਵਾਹੀ ਭਰੀ ਹੈ, ਜਿਹੜਾ ਪਾਕਿਸਤਾਨ ਦਾ ਇੱਕ ਪੰਜਾਬੀ ਵੱਡਾ ਸ਼ਾਇਰ ਹੈ। ਹੁਣ ਸਾਲ ਡੇਢ ਸਾਲ ਪਹਿਲਾਂ ਉਹਨਾਂ ਦੀ ਡੈਥ ਹੋਈ ਹੈ ਜੀ। ਉਹ ਆਪਣੀ ਇੱਕ ਵੀਡੀਓ ਵਿੱਚ ਦੱਸਦੇ ਨੇ ਕਿ ਜਦੋਂ 6 ਤਰੀਕ ਇਹ ਘਟਨਾ ਮੈਂ ਸੁਣੀ ਤਾਂ ਮੈਨੂੰ ਲੱਗਿਆ ਇਹ ਸਾਰਾ ਕੁਝ ਮੇਰੇ ਸਰੀਰ ਤੇ ਹੋ ਰਿਹਾ। ਤੇ ਉਹਨਾਂ ਨੇ ਇੱਕ ਕਵਿਤਾ ਲਿਖੀ, ਜਰਨੈਲਾਂ ਦਾ ਜਰਨੈਲ ਜੀ। ਉਹਦੇ ਵਿੱਚ ਉਹਨੇ ਉਦਾਹਰਨ ਦਿੱਤੀ ਹੈ ਕਿ ਜੇ ਜਰਨਲ ਨਿਆਜ਼ੀ ਦੇ ਉਂਗਲ ਚੀਚੀ ਉਂਗਲ ਤੇ ਕੱਟ ਵੀ ਲੱਗਿਆ ਹੁੰਦਾ ਨਾ ਤਾਂ ਮੈਨੂੰ ਲੱਗਦਾ ਕਿ ਸਾਡੇ ਜਰਨੈਲ ਨੇ ਮੁਕਾਬਲਾ ਕੀਤਾ ਹੈ। ਕਹਿੰਦਾ ਉਹਦੇ ਤਾਂ ਇਹ ਵੀ ਨਹੀਂ ਸੀ, ਤਾਂ ਆਹ ਸੀ ਅਸਲ ਜਰਨੈਲ, ਜਰਨੈਲਾਂ ਦਾ ਜਰਨੈਲ, ਜਿਹੜਾ ਆਪਣੇ ਸੀਨੇ 'ਚ 72 ਗੋਲੀਆਂ ਖਾ ਕੇ ਸ਼ਹੀਦ ਹੋਇਆ ਤੇ ਲੜਾਈ ਲੜ ਕੇ ਦਿਖਾਈ। ਤੁਹਾਡੇ ਮੁਤਾਬਕ ਬਾਬਾ ਜਰਨੈਲ ਸਿੰਘ ਨੂੰ ਕਿੰਨੀਆਂ ਗੋਲੀਆਂ ਵੱਜੀਆਂ ਸੀ? 72 ਦਾ ਹੀ ਅੰਕੜਾ ਅਸੀਂ ਆਪਣੇ ਪ੍ਰਧਾਨ ਮਾਨ ਸਾਹਿਬ ਤੋਂ ਸੁਣਿਆ ਤੇ ਅਖਬਾਰਾਂ 'ਚ ਵੀ ਪੜ੍ਹਿਆ। ਉਸ ਵਕਤ ਸਭ ਤੋਂ ਪਹਿਲਾਂ ਆਪ ਜੀ ਨੂੰ, ਸ਼ਾਇਦ ਮੈਂ ਇਹ ਆਪ ਜੀ ਦੇ ਮਾਧਿਅਮ ਰਾਹੀਂ ਦੁਨੀਆ ਨੂੰ ਜਾਣਕਾਰੀ ਦਿੰਦਾ, ਸਭ ਤੋਂ ਪਹਿਲਾਂ ਸੂਰਿਆ ਮੈਗਜ਼ੀਨ ਨੇ ਸੰਤ ਜਰਨੈਲ ਸਿੰਘ ਜੀ ਦੇ ਦੇਹ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਛਾਪੀ ਸੀ। ਉਸ ਵਕਤ ਅਸੀਂ ਕਹਿੰਦੇ ਸੀ 84 ਦੇ ਵਿੱਚ ਕਿ ਇਹ ਮੇਨਕਾ ਗਾਂਧੀ ਦਾ ਮੈਗਜ਼ੀਨ ਹੈ, ਸੀ ਜਾਂ ਨਹੀਂ ਸੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਮੈਂ ਉਹ ਪੜ੍ਹਿਆ ਹੈ। ਸੂਰਿਆ ਮੈਗਜ਼ੀਨ ਨੇ ਵੀ 72 ਗੋਲੀਆਂ ਦੀ ਹੀ ਗੱਲ ਕੀਤੀ ਸੀ। ਅੱਛਾ, ਕਿਉਂਕਿ ਉਹਨਾਂ ਨੇ ਪੋਸਟਮਾਰਟਮ ਰਿਪੋਰਟ ਛਾਪੀ ਸੀ ਸੰਤ ਜਰਨੈਲ ਸਿੰਘ ਦੀ। ਹੁਣ ਆਪਾਂ ਆ ਜਾਂਦੇ ਹਾਂ ਤੁਹਾਡੇ ਪੁੱਛੇ ਹੋਏ ਅੱਜ ਦੇ ਸਵਾਲ ਜੀ। ਉਹ ਗੱਲ ਹੈ ਕਿ ਤਖਤ ਸਾਹਿਬ ਤੋਂ ਅਗਵਾਈ ਕਿਹਾ ਜੀ ਹੋਵੇ ਇਸ ਦਿਨ ਦੇ ਉੱਤੇ ਜੀ। ਮੈਂ ਇਹ ਕਹਿੰਦਾ ਵੀ 36 ਸਾਲ ਦਾ ਇੱਕ ਸਾਲ ਜੇ ਆਪਾਂ ਦੇਖੀਏ, ਜਿਹੜਾ ਕਬਜ਼ਾ ਕਹਾਂਗਾ ਮੈਂ ਐਸਜੀਪੀਸੀ ਦਾ, ਉਹ ਤਾਂ ਟੋੜੇ ਬਾਦਲ ਦਾ, ਭਾਵ ਦਿੱਲੀ ਦਾ ਹੀ ਰਿਹਾ। ਇਸ ਕਰਕੇ ਜਥੇਦਾਰਾਂ ਦੇ ਸੰਦੇਸ਼ ਦੇ ਵਿੱਚੋਂ ਉਹ ਜੀ ਫੋਰਸਾਈਟਿੰਗ, ਭਵਿੱਖ ਦੀ ਕੋਈ ਗੱਲ ਮੈਨੂੰ ਨਜ਼ਰ ਨਹੀਂ ਆਈ, ਕਿਉਂਕਿ ਇਹ ਸ਼ੁਰੂਆਤ ਉਸ ਦਿਨ ਹੋ ਗਈ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ, ਹੋਣ ਤੋਂ ਬਾਅਦ ਪਹਿਲਾ ਬਿਆਨ ਗਿਆਨੀ ਕਿਰਪਾਲ ਸਿੰਘ ਜੀ ਦਾ ਆ ਗਿਆ, ਜਿਹੜਾ ਅੱਜ ਤੱਕ ਇੰਨਾ ਮਸ਼ਹੂਰ ਹੈ, ਸਾਡੇ ਦਿਲ ਦੁਖਦੇ ਨੇ। ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਸੀ ਜੀ। ਉਹਨਾਂ ਦਾ ਇੱਕ ਹੀ ਲਾਈਨ ਦਾ ਬਿਆਨ ਜਿਹੜਾ ਆਇਆ, ਕੋਠਾ ਸਾਹਿਬ ਠੀਕ ਠਾਕ ਹੈ। ਇਹ ਅੱਜ ਵੀ ਲੋਕਾਂ ਦੇ ਵਿੱਚ ਇੱਕ ਵਰਸ਼ਨ ਹੈ ਵੀ ਕੋਠਾ ਸਾਹਿਬ ਠੀਕ। ਹਾਲਾਂਕਿ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਦੇ ਵਿੱਚ ਪਹਿਲੇ ਗਰਾਊਂਡ ਫਲੋਰ ਤੇ ਹੀ ਆਉਂਦਾ ਹੈ ਤੇ ਉਹੀ ਸਾਈਡ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ। ਕੋਠਾ ਸਾਹਿਬ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਤ ਦਾ ਸੁਖ ਆਸਨ ਸਥਾਨ ਹੈ। ਉੱਥੋਂ ਹੀ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਜਾਂਦੇ ਨੇ ਤੇ ਉੱਥੇ ਹੀ ਵਾਪਸ ਆ ਜਾਂਦੇ ਨੇ ਜੀ। ਉਹ ਪਹਿਲਾ ਝੂਠਾ ਬਿਆਨ ਅਕਾਲ ਤਖਤ ਦੇ ਜਥੇਦਾਰ ਨੇ ਦਿੱਤਾ, ਕੋਠਾ ਸਾਹਿਬ ਠੀਕ ਠਾਕ ਹੈ, ਜਦ ਕਿ ਕੋਠਾ ਸਾਹਿਬ ਠੀਕ ਠਾਕ ਨਹੀਂ ਸੀ। ਕਿਉਂ ਦਿੱਤਾ? ਦਬਾਅ 'ਚ ਦਿੱਤਾ। ਉਹ ਦਬਾਅ ਅੱਜ ਤੱਕ ਵੀ ਕੰਮ ਕਰ ਰਿਹਾ ਹੈ। ਤੁਸੀਂ ਸੰਦੇਸ਼ ਦੀ ਗੱਲ ਕੀਤੀ ਹੈ ਨਾ, ਦਬਾਅ ਦੇ ਵਿੱਚ ਤਾਂ ਝੂਠੇ ਬਿਆਨ ਹੀ ਦਿੱਤੇ ਜਾਣਗੇ ਨਾ, ਜਾਂ ਉਹੀ ਦਿੱਤੇ ਜਾਣਗੇ ਜਿਹੜੇ ਦਿੱਲੀ ਤੇ ਨਾਗਪੁਰ ਨੂੰ ਮਾਫਕ ਬੈਠਦੇ ਨੇ। ਸੋ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦਵਾਂ ਵੀ ਤੁਸੀਂ 6 ਜੂਨ ਦੇ ਅਰਦਾਸ ਦੇ ਸੰਦੇਸ਼ ਦੀ ਗੱਲ ਕੀਤੀ ਹੈ। ਪਹਿਲੇ 10 ਸਾਲ 12 ਸਾਲ
ਇਹ ਸੰਦੇਸ਼ ਜਾਂ ਇਹ ਦਿਨ ਜਾਂ ਇਹ ਅਰਦਾਸ ਸ਼ਹੀਦਾਂ ਦੀ ਸੰਤ ਜਰਨੈਲ ਸਿੰਘ ਜੀ ਦੀ ਤੇ ਹੋਰ ਸਿੰਘਾਂ ਦੀ ਕਰਨ ਤੋਂ ਹੀ ਮੁਨਕਰ ਸੀ ਐਸਜੀਪੀਸੀ ਜੀ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ 1999 ਚ ਬਾਹਰ ਆਏ ਨੇ, ਉਹਨਾਂ ਨੇ ਉਸ ਦਿਨ ਤੋਂ ਹੀ ਕੋਸ਼ਿਸ਼ ਕੀਤੀ ਵੀ ਇਹਦਾ ਕੋਈ ਨਿਬੇੜਾ ਹੋਵੇ, ਸੰਤ ਜੀ ਨੂੰ ਸ਼ਹੀਦ ਦਾ ਦਰਜਾ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ, ਨਹੀਂ ਤਾਂ ਉਹਦਾ ਰੁਲ ਜਾਣਗੇ। ਏਡੀ ਵੱਡੀ ਸ਼ਹਾਦਤ ਅਸਲ 'ਚ ਰੋਲਣਾ ਚਾਹੁੰਦੀ ਸੀ ਹਕੂਮਤ ਵੀ ਕਿਸੇ ਪਾਸੇ। ਅੱਜ ਤੱਕ ਬੜੇ ਲੋਕ ਕਹਿੰਦੇ ਨੇ ਵੀ ਸੁਭਾਸ਼ ਚੰਦਰ ਬੋਸ ਮਰ ਗਿਆ ਕਿ ਜਿੰਦਾ, ਪਰ ਪਤਾ ਕਿਸੇ ਨੂੰ ਨਹੀਂ ਹੈ ਨਾ, ਕੋਈ ਐਗਜ਼ੈਕਟ ਕੋਈ ਰਿਪੋਰਟ ਨਹੀਂ, ਇਨਕੁਆਇਰੀਆਂ ਹੁੰਦੀਆਂ ਨੇ। ਉਹੀ ਚੀਜ਼ ਦਾ ਹਾਲ ਇੱਧਰ ਕਰਨਾ ਚਾਹੁੰਦੇ ਸੀ ਜੀ। ਭੰਬਲ ਭੁੱਸਾ ਪਿਆ ਰਿਹਾ, ਆਪੇ ਲੋਕ ਭੁੱਲ ਜਾਣਗੇ। ਅਸੀਂ ਸਾਡੀ ਪਾਰਟੀ ਨੇ, ਮੈਂ ਖੁਦ ਉਹਦੇ ਵਿੱਚ ਸ਼ਾਮਲ ਹੋ ਕੇ 6 ਜੂਨ ਦੀ ਧੁੱਪ 'ਚ ਘੰਟਾ ਘਰ ਵਾਲੇ ਪਾਸੇ ਬਾਹਰ, ਹੁਣ ਤਾਂ ਉਹਦਾ ਨਕਸ਼ਾ ਹੋਰ ਹੈ, ਬਾਹਰ ਬੈਠ ਕੇ ਮੁਜ਼ਾਹਰੇ ਕੀਤੇ ਨੇ ਵੀ ਉਹਨਾਂ ਦੀ ਅਰਦਾਸ ਕੀਤੀ ਜਾਵੇ ਸ਼ਹਾਦਤ ਦੀ। ਤੇ ਟਕਸਾਲ ਨੇ ਤੁਹਾਡਾ ਵਿਰੋਧ ਨਹੀਂ ਕੀਤਾ? ਟਕਸਾਲ ਨੇ ਤਾਂ ਸਾਡਾ ਵਿਰੋਧ ਮਤਲਬ ਕਿ ਹਰ ਪੱਧਰ ਤੇ ਕੀਤਾ ਹੈ, ਪਰ ਗੱਲ ਇਹ ਹੈ ਕਿ ਜਿਹੜੀ ਦ੍ਰਿੜਤਾ ਅਸੀਂ ਦਿਖਾਈ ਹੈ ਜਨਮ ਦਿਨ ਮਨਾ ਕੇ, ਉਸ ਤੋਂ ਬਾਅਦ ਕੁਝ ਹੱਦ ਤੱਕ ਟਕਸਾਲ ਦਾ ਵੀ ਮੂੰਹ ਸਾਇਲੈਂਟ ਹੋ ਗਿਆ। ਪਰ ਅਸੀਂ ਮੰਗ ਐਸਜੀਪੀਸੀ ਤੋਂ ਕਰ ਰਹੇ ਸੀ, ਕਿਉਂਕਿ ਐਸਜੀਪੀਸੀ ਹੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਉਂਦੀ ਹੈ। ਸਾਡੇ ਇੱਥੇ ਇੱਕ ਸੱਚੀ ਗੱਲ ਹੈ, ਅੱਜ ਕੱਲ ਮਿਸਟਰ ਧੁੰਮਾ ਜੀ ਵੀ ਟਕਸਾਲ ਦੇ ਵਿੱਚ 6 ਜੂਨ ਦਾ ਸ਼ਹੀਦੀ ਦਿਨ ਮਨਾਉਣ ਲੱਗ ਗਏ ਨੇ। ਇਹਨੂੰ ਵੀ ਅਸੀਂ ਇੱਕ ਚਾਲ ਸਮਝਦਾ, ਮੇਰੀ ਪਾਰਟੀ, ਇਕੱਲਾ ਮੈਂ ਨਹੀਂ, ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਾਡੀ ਪਾਰਟੀ, ਇਹਨੂੰ ਵੀ ਸੈਂਟਰਲ ਡਾਇਰੈਕਸ਼ਨ ਦੇ ਉੱਪਰ ਇੱਕ ਚਾਲ ਸਮਝਦੇ। ਕਿਉਂਕਿ ਅਸੀਂ ਸਾਡੇ ਕੇਂਦਰੀ ਸਥਾਨ ਅਕਾਲ ਤਖਤ ਸਾਹਿਬ ਦੇ ਉੱਤੇ ਹੀ 6 ਜੂਨ ਮਨਾਉਣਾ ਚਾਹੁੰਦੇ ਹਾਂ। ਤੁਸੀਂ ਪੰਜਾਬ ਦੇ ਵਿੱਚ ਹੁਣ ਦੇਖ ਲਾਂਗੇ, ਮੈਂ ਵੀ ਕੱਲ ਜਾਊਂਗਾ, ਦੇਖਾਂਗੇ ਕਿ ਹਰ ਜਗ੍ਹਾ ਤੇ ਇੱਕ ਬੋਰਡ ਲੱਗ ਜਾਏਗਾ 6 ਜੂਨ। ਇਸ ਵਾਰ ਕਰੋਨਾ ਕਰਕੇ ਸ਼ਾਇਦ ਹੋਵੇ ਨਾ ਹੋਵੇ, ਬਾਬੇ ਧੁੰਮੇ ਵੱਲੋਂ ਹੋਏਗਾ ਕਿ 6 ਜੂਨ ਮਹਿਤੇ ਪਹੁੰਚੋ। ਅਕਾਲ ਤਖਤ ਸਾਹਿਬ ਤੇ ਉਹਨੇ ਇੱਕ ਵੀ ਇਸ਼ਤਿਹਾਰ ਨਹੀਂ ਲਾਉਣਾ ਵੀ ਅਕਾਲ ਤਖਤ ਸਾਹਿਬ ਤੇ ਪਹੁੰਚੋ, ਜਦ ਕਿ ਅਰਦਾਸ ਅਕਾਲ ਤਖਤ ਸਾਹਿਬ ਤੋਂ ਵੀ ਹੋਣੀ ਹੈ। ਸਾਡੀ ਅਸੀਂ ਕਹਿੰਦੇ 7 ਨੂੰ ਕਰ ਲਓ, 8 ਨੂੰ ਕਰ ਲਓ, 4 ਨੂੰ ਕਰ ਲਓ, ਪਰ 6 ਤਰੀਕ ਵਾਲਾ ਸਾਰੀ ਕੌਮ ਇਕੱਠੀ ਹੋ ਕੇ ਅਰਦਾਸ ਅਕਾਲ ਤਖਤ ਸਾਹਿਬ ਤੇ ਕਰੋ, ਉਹ ਨਹੀਂ ਕਰਦੇ। ਕਦੇ ਤੁਸੀਂ ਮੈਨੂੰ ਦਿਖਾ ਦਿਓ ਫੋਟੋ ਖਿੱਚ ਕੇ ਵੀ 10 ਪੋਸਟਰ ਮਹਿਤੇ ਦੇ ਲੱਗੇ ਨੇ ਧੁੰਮੇ ਵੱਲੋਂ, ਟਕਸਾਲ ਵੱਲੋਂ, ਤੇ 10 ਪੋਸਟਰ ਜਿਹੜੇ ਨੇ ਇਹ ਵੀ ਲੱਗੇ ਨੇ ਵੀ ਪਹਿਲਾਂ ਸਵੇਰੇ ਭਾਈ ਅਕਾਲ ਤਖਤ ਸਾਹਿਬ ਜਾਇਓ ਜੀ। ਇਹ ਨਹੀਂ ਲੱਗਿਆ ਕਦੇ ਵੀ। ਚਲੋ ਮੈਂ ਗੱਲ ਉੱਥੇ ਆਉਣਾ ਸੰਦੇਸ਼ ਦੀ। ਜਦੋਂ ਇਹੋ ਜਿਹੀ ਮਾਨਸਿਕਤਾ ਦੇ ਨਾਲ ਮਜਬੂਰੀ ਵਸ ਉਹ ਮਨਾ ਰਹੇ ਹੋਣਗੇ, ਤਾਂ ਫਿਰ ਉਹੋ ਜਿਹੀ ਆਸ ਅਸੀਂ ਕਰਦੇ ਹਾਂ। ਕਿਸੇ ਵੀ ਜਥੇਦਾਰ ਨੇ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ, ਸੁਬੇਗ ਸਿੰਘ ਜੀ ਦੀ, ਉਹਨਾਂ ਦੇ ਬੱਚਿਆਂ ਨੂੰ ਸਿਰੋਪਾ ਵੀ ਦਿੱਤੇ ਨੇ, ਭਾਈ ਅਮਰੀਕ ਸਿੰਘ ਜੀ ਦੇ ਬੱਚਿਆਂ ਨੂੰ ਦਿੰਦੇ ਨੇ, ਬੀਬੀ ਜੀ ਨੂੰ ਦਿੰਦੇ ਨੇ, ਪਰ ਉਹਨਾਂ ਦੀ ਸੋਚ ਕੀ ਸੀ, ਉਹਨਾਂ ਦਾ ਭਵਿੱਖ ਲਈ ਪ੍ਰੋਗਰਾਮ ਕੀ ਸੀ, ਕੌਮ ਨੂੰ ਉਸ ਵਕਤ ਤੇ 36 ਸਾਲ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਇੱਕ ਵੀ ਜਥੇਦਾਰ, ਕੋਈ ਬਦਲੇ ਕਈ ਬਦਲੇ, ਇੱਕ ਵੀ ਜਥੇਦਾਰ, ਈਵਨ ਭਾਈ ਰਣਜੀਤ ਸਿੰਘ ਵੀ ਨਹੀਂ ਦੇ ਸਕੇ। ਭਾਈ ਰਣਜੀਤ ਸਿੰਘ ਜੇ ਸਾਡੀ ਰਿਫਟ ਹੋਈ ਆ, ਮਾਫ ਕਰੋ ਮੈਂ ਅੱਜ ਕੈਮਰੇ ਅੱਗੇ ਕਹਿ ਰਿਹਾ ਇਸ ਮਾਮਲੇ ਉੱਪਰ, ਉਹ ਕਹਿੰਦੇ ਸੀ ਕਿ ਸ਼ਸਤਰਾਂ ਦੇ ਸਾਹਮਣੇ ਅਰਦਾਸ ਕਰਕੇ ਸ਼ਸਤਰਾਂ ਨੂੰ ਸਿਰੋਪਾ ਪਾ ਕੇ ਆਪਾਂ ਇਹ ਭੋਗ ਪਾ ਦਾਂਗੇ, ਸੰਤ ਜਰਨੈਲ ਸਿੰਘ ਦਾ ਨਾਂ ਨਹੀਂ ਦੇਵਾਂਗੇ। ਇਹ ਗੱਲ ਭਾਈ ਰਣਜੀਤ ਸਿੰਘ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਇਨਚਾਰਜ ਸੀਗੇ, ਉਹ ਵੀ ਮੁਕਰ ਰਹੇ ਸੀ। ਸਿਮਰਨਜੀਤ ਸਿੰਘ ਮਾਨ ਦੀ, ਮਾਫ ਕਰਿਓ, ਉਹਨਾਂ ਨਾਲ ਬਹਿਸ ਹੋਈ ਆ ਬੰਦ ਕਮਰੇ ਦੇ ਵਿੱਚ। ਉਸ ਤੋਂ ਅਗਲੀਆਂ ਕੁਝ ਗੱਲਾਂ ਮੈਂ ਇੱਥੇ ਦੱਸ ਨਹੀਂ ਸਕਦਾ। ਉਹ ਬਹਿਸ ਤੋਂ ਬਾਅਦ ਉਹ ਮੰਨੇ ਨੇ, ਸਵੇਰੇ 4 ਵਜੇ ਫੋਨ ਕੀਤਾ ਵੀ ਮੈਂ ਅਰਦਾਸ ਕਰਾਂਗਾ, ਆ ਜਾਓ। ਅੱਛਾ ਜੀ। ਰਾਤ ਨੂੰ ਭਾਈ, ਪਰ ਉਹ ਕਿਉਂ ਇਹ ਗੱਲ ਕਹਿ ਰਹੇ ਸੀ ਕਿ ਬਾਬਾ ਜਰਨੈਲ ਸਿੰਘ ਦਾ ਨਾਮ ਨਹੀਂ ਲੈਣਾ ਚਾਹੀਦਾ? ਮੈਨੂੰ ਦੇਖੋ, ਇਹ ਗੱਲ ਮੈਂ ਉਦੋਂ ਵੀ ਤੁਹਾਨੂੰ ਦੱਸੀ ਆ ਗੱਲ ਜਿਹੜੀ ਜੀ, ਮੈਂ ਸੰਦੇਸ਼ ਤੇ ਗੱਲ ਖਤਮ ਕਰ ਰਿਹਾ ਜੀ, ਕਿ ਸੰਦੇਸ਼ ਇਹੋ ਜਿਹੀਆਂ ਹਾਲਾਤਾਂ 'ਚ, ਇਹੋ ਜਿਹੀਆਂ ਦਬਾਅ ਦੇ ਹੇਠਾਂ ਜੇ ਰਣਜੀਤ ਸਿੰਘ ਨਹੀਂ ਕਰ ਸਕੇ, ਬਾਕੀਆਂ ਤੋਂ ਤਾਂ ਅਸੀਂ ਆਸ ਨਹੀਂ ਕਰ ਸਕਦੇ ਜੀ। ਤੇ ਨਹੀਂ, ਅੱਜ ਤੱਕ ਹੋਇਆ ਨਹੀਂ ਇਸ ਤਰ੍ਹਾਂ ਦਾ ਜਿਹਦੇ ਵਿੱਚੋਂ ਸੰਤ ਜਰਨੈਲ ਸਿੰਘ ਜਾਂ ਘੱਲੂਘਾਰੇ ਦਾ ਕੋਈ ਸੰਦੇਸ਼ ਕੌਮੀ ਤੌਰ ਤੇ ਸੰਗਤ ਨੂੰ ਦਿੱਤਾ ਗਿਆ ਹੋਵੇ। ਕੌਮੀ ਤੌਰ ਤੇ ਜਿਹੜਾ ਸੰਦੇਸ਼ ਹੈ ਉਹ ਕੀ ਦਿੱਤਾ ਜਾਵੇ? ਦਿੱਤਾ ਇਹ ਜਾਵੇ ਕਿ ਪਹਿਲਾਂ ਤਾਂ ਇਹ ਕਿ ਇਹਦੇ ਪਿੱਛੇ ਪਲੈਨਿੰਗ ਕਿਹਦੀ ਸੀ, ਕਿਹੜਾ ਬੰਦਾ ਅਕਾਲੀ ਜਾਂ ਗੈਰ ਅਕਾਲੀ ਉਹਦੇ ਵਿੱਚ ਕਿਸ ਰੂਪ ਵਿੱਚ ਸ਼ਾਮਲ ਸੀ ਉਸ ਸਾਜ਼ਿਸ਼ ਦੇ ਵਿੱਚ ਜਿਨ੍ਹਾਂ ਸਿੱਖਾਂ ਦੀ ਹੇਠੀ ਕਰਵਾਈ ਹੈ, ਸਾਡੇ ਤਖਤ ਤੇ ਹਮਲਾ ਕੀਤਾ, ਇਹ ਸਪਸ਼ਟ ਕਰੇ ਉਹ ਸੰਦੇਸ਼। ਉਸ ਤੋਂ ਬਾਅਦ ਕਿ ਹੁਣ ਤਾਂ ਹਮਲਾ ਹੋ ਗਿਆ, ਅਸੀਂ ਅਰਦਾਸ ਕਰ ਰਹੇ ਹਾਂ ਸੰਤ ਜਰਨੈਲ ਸਿੰਘ ਦੀ
ਤੇ ਸੰਤ ਜਰਨੈਲ ਸਿੰਘ ਜੀ ਦਾ ਹੁਕਮ ਸੀਗਾ ਕਿ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਜੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਪਾਸੇ ਵੱਲ ਇੱਕ ਵੀ ਸੰਦੇਸ਼ ਕੋਈ ਇਸ਼ਾਰਾ ਨਹੀਂ ਕਰਦਾ ਅੱਜ ਤੱਕ 36 ਸਾਲ ਦੇ ਵਿੱਚ ਕਿਸੇ ਵੀ ਜਥੇਦਾਰ ਸਾਹਿਬ ਦਾ। ਜਿੱਥੋਂ ਤੱਕ ਭਾਈ ਰਣਜੀਤ ਸਿੰਘ ਦੀ ਗੱਲ ਹੈ, ਮੇਰਾ ਉਹਦੇ ਨਾਲ ਕੋਈ ਉਚੇਚਾ ਵਿਰੋਧ ਨਹੀਂ, ਉਹ ਬਾਕੀਆਂ ਸਾਰਿਆਂ ਤੋਂ ਚੰਗੇ ਨੇ। ਬਾਕੀ ਜਥੇਦਾਰ ਜਿਹੜੇ ਨੇ ਉਹ ਨੌਕਰੀ ਕਰਦੇ ਨੇ ਬਾਦਲਾਂ ਤੇ ਐਸਜੀਪੀਸੀ ਦੀ। ਭਾਈ ਰਣਜੀਤ ਸਿੰਘ ਨੇ ਘੱਟੋ ਘੱਟ ਬਾਦਲਾਂ ਦੀ ਨੌਕਰੀ ਨਹੀਂ ਕੀਤੀ, ਪਰ ਜਿਹੜੀ ਮੈਂ ਪਹਿਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਹੈ ਕਿ ਬੱਬਰ ਵੀ ਸੰਤ ਜਰਨੈਲ ਸਿੰਘ ਜੀ ਦੇ ਸਾਹਮਣੇ ਖੜ ਗਏ ਸੀ, ਉਸ ਤਰ੍ਹਾਂ ਭਾਈ ਰਣਜੀਤ ਸਿੰਘ ਵੀ ਉਸੇ ਮਾਨਸਿਕਤਾ ਦੇ ਵਿੱਚ ਨੇ। ਉਹ ਅੱਜ ਤੱਕ ਦੋ ਗੱਲਾਂ ਨਹੀਂ ਕਹਿੰਦੇ। ਕਿਸੇ ਮਰਜ਼ੀ ਸਟੇਜ ਤੇ ਮੈਨੂੰ ਕੋਈ ਵੀਡੀਓ ਲਾ ਕੇ ਦਿਖਾ ਦੋਗਾ, ਮੈਂ ਕੈਮਰੇ ਤੇ ਆ ਕੇ ਤੁਹਾਡੇ ਕੋਲ ਮਾਫੀ ਮੰਗੂੰਗਾ। ਹਾਂ, ਇਹ ਨਹੀਂ ਪਤਾ ਮੈਨੂੰ ਕਿ ਉਹਨਾਂ ਦਾ ਸੈਂਟਰ ਨਾਲ ਸਮਝੌਤਾ ਹੋਇਆ ਛੱਡਣ ਤੋਂ ਬਾਅਦ, ਛੱਡਣ ਤੋਂ ਪਹਿਲਾਂ, ਕਿਉਂਕਿ ਟੋੜੇ ਹੋਣੀ ਵਿੱਚ ਪੈ ਕੇ ਕਰਾ ਕੇ ਆਏ ਨੇ ਜੀ। ਦੋ ਗੱਲਾਂ ਉਹ ਨਹੀਂ ਕਹਿੰਦੇ, ਮੈਨੂੰ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ, ਪਰ ਇਹ ਸੱਚ ਹੈ। ਕਿਹੜੀਆਂ ਗੱਲਾਂ? ਇੱਕ ਤਾਂ ਉਹ ਸੰਤ ਜਰਨੈਲ ਸਿੰਘ ਜਿੰਦਾਬਾਦ ਜਾਂ ਅਮਰ ਰਹੇ ਕਦੇ ਨਹੀਂ ਕਹਿਣਗੇ, ਉਹਨਾਂ ਨੂੰ ਹੀਰੋ ਨਹੀਂ ਮੰਨਦੇ ਹਨ। ਹਾਂ। ਦੂਜਾ, ਉਹਨਾਂ ਨੇ ਕਦੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਨਹੀਂ ਲਾਇਆ ਤੇ ਨਾ ਆਪਣੀ ਸਟੇਜ ਤੇ ਆਪਣੀ ਜਿਹੜੀ ਹੁਣ ਅਕਾਲੀ ਲਹਿਰ ਹੈ ਕਿਸੇ ਨੂੰ ਲਾਣ ਦਿੱਤਾ ਹੈ। ਦੂਜੀ ਗੱਲ ਮੈਂ ਹੁਣ ਗੱਲ ਕਹਿਣਾ ਕਿ ਸੰਦੇਸ਼ ਜਿਹੜਾ ਹੈ, ਜੇ ਅਸੀਂ ਇੱਕ ਸਿੱਖ ਹੋਣ ਦਾ ਫਰਜ਼ ਨਿਭਾਉਣ ਸਾਡੀ ਪਾਰਟੀ ਨੇ, ਉੱਥੇ ਬਾਰ-ਬਾਰ ਕਹਿ ਕੇ ਸਿੱਖਾਂ ਦਾ ਸਹਿਯੋਗ ਲੈ ਕੇ ਸੰਗਤ ਦਾ ਅਸੀਂ ਉੱਥੇ ਅਰਦਾਸ ਸ਼ੁਰੂ ਕਰਵਾਈ ਹੈ ਸ਼ਹੀਦਾਂ ਦੀ, ਤਾਂ ਉਹਦੇ ਨਾਲ ਹੀ ਇਹ ਚੀਜ਼ ਨੋਟ ਕਰਦੇ ਹਾਂ ਜੋ ਤੁਸੀਂ ਕਹੀ ਹੈ ਜੀ ਕਿ ਉੱਪਰਲੇ ਪਾਸੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਅੱਜ ਪ੍ਰਬੰਧ ਚਲਾ ਰਹੇ ਨੇ ਉਹ ਤਾਂ ਸੰਦੇਸ਼ ਦਿੰਦੇ ਨੇ, ਕੀ ਅਸੀਂ ਸੰਦੇਸ਼ ਦਈਏ ਹੀ ਨਾ ਭਵਿੱਖ ਦਾ। ਉਹਦੇ ਕਰਕੇ ਹੇਠਾਂ ਆ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਸਾਲ ਇੱਕ ਸੰਦੇਸ਼ ਦਿੰਦੇ ਨੇ, ਜਿਹਦੇ ਪਰ ਉਹ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਸਕਦਾ ਹੈ। ਇਸੇ ਕਰਕੇ ਪੋਲੀਟੀਕਲ ਬੰਦੇ ਕਿਉਂ ਦਿੰਦੇ ਨੇ? ਪੋਲੀਟੀਕਲ ਬੰਦੇ ਤਾਂ ਦਿੰਦੇ ਨੇ ਕਿਉਂਕਿ ਜਥੇਦਾਰ ਦਿੰਦਾ ਨਹੀਂ। ਕੋਈ ਜਥੇਦਾਰ ਵੀ ਮੀਰੀ ਪੀਰੀ ਪਰ ਹੁਣ ਤੇ ਜਥੇਦਾਰ ਵੀ ਤੁਸੀਂ ਸਰਬੱਤ ਖਾਲਸਾ ਨੂੰ ਕਿਸ ਤਰੀਕੇ ਨਾਲ ਲਿਆ, ਔਰ ਸਰਬੱਤ ਖਾਲਸਾ ਵਿੱਚ ਜਿਹੜੇ ਜਥੇਦਾਰ ਬਣਾਏ ਹੁਣ ਧਿਆਨ ਸਿੰਘ ਮੰਡ ਦੇਣਗੇ। ਉਹ ਪਿਛਲੀ ਵਾਰ ਵੀ ਦਿੱਤਾ ਉਹਨਾਂ ਨੇ, ਹਾਂ, ਭਾਵੇਂ ਇਹਨਾਂ ਨੇ ਉਹਦਾ ਵਿਰੋਧ ਕੀਤਾ। ਉਹ ਕੱਲ ਦਾ ਜਾਂ ਪਰਸੋਂ ਦਾ ਜਿਹੜਾ ਹੋਊਗਾ ਉਹਦੇ ਬਾਰੇ ਹਜੇ ਕੋਈ ਅਪਡੇਟ ਨਹੀਂ, ਕਿਉਂਕਿ ਇਹ ਟਾਈਮ ਜਿਹੜਾ ਪਹਿਲੇ 35 ਸਾਲਾਂ ਤੋਂ ਥੋੜਾ ਜਿਹਾ ਕਰੋਨਾ ਕਰਕੇ ਅੱਡ ਚੱਲ ਰਿਹਾ ਹੈ। ਪਰ ਇਹ ਕੋਈ ਖਾਸ ਗੱਲ ਨਹੀਂ, 6 ਜੂਨ ਨੂੰ ਹੀ 10 ਵਜੇ ਤੱਕ ਸਾਰਾ ਰਿਜ਼ਲਟ ਆ ਜਾਊਗਾ। ਜੋ ਦੇਣਾ ਉਹਨਾਂ ਨੂੰ ਚਾਹੀਦਾ, ਕਿਤੋਂ ਵੀ ਦੇਣ, ਕਿਵੇਂ ਵੀ ਦੇਣ, ਜਥੇਦਾਰ ਦੀ ਤੌਰ ਤੇ, ਕਿਉਂਕਿ ਇੱਕ ਨੂੰ ਤਾਂ ਸਰਕਾਰ ਲੈ ਕੇ ਆਏਗੀ ਉੱਥੇ ਜਾਂ ਐਸਜੀਪੀਸੀ ਲੈ ਕੇ ਆਏਗੀ, ਦੂਜੇ ਦਾ ਵਿਰੋਧ ਕਰੂਗੀ, ਇਹ ਤਾਂ ਨਹੀਂ ਮੈਂ ਕਹਿ ਸਕਦਾ। ਪਰ ਸੰਦੇਸ਼ ਉਹ ਜਿਹਾ ਜਥੇਦਾਰ ਤੋਂ ਅੱਜ ਤੱਕ ਸਰਬੱਤ ਖਾਲਸਾ ਤਾਂ 15 ਚ ਹੋਇਆ ਨਾ। ਤੁਸੀਂ ਗੱਲ ਕਹਿ ਰਹੇ ਹੋ ਵੀ ਇੱਕ ਨੂੰ ਸਰਕਾਰ ਲੈ ਕੇ ਆਵੇਗੀ। ਜੀ ਜੀ, ਇਹ ਗੱਲ ਤੁਸੀਂ ਫਿਰ ਇੱਕ ਨੂੰ ਅਸੀਂ ਲੈ ਕੇ ਆਵਾਂਗੇ, ਉਹ ਤੁਸੀਂ ਗੱਲ ਨਹੀਂ ਕਰਦੇ। ਮੈਂ ਨਹੀਂ ਕਿਹਾ, ਨਹੀਂ ਤੁਸੀਂ ਉਹ ਗੱਲ ਕਰਦੇ ਨਹੀਂ। ਹਾਂ, ਜਦ ਕਿ ਲਿਆਂਦਾ ਤੁਸੀਂ ਹੋਈ ਹੈ। ਨਹੀਂ ਚੋਣ, ਚਲੋ ਆਪਾਂ ਉਸ ਮੁੱਦੇ ਨੂੰ ਛੱਡ ਦਈਏ, ਉਹ ਮੁੱਦਾ ਆਪਾਂ ਫਿਰ ਕਿਤੇ ਕਰ ਲਾਂਗੇ। ਠੀਕ ਹੈ। ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਨੇਕ ਅਗਵਾਈ ਤੁਹਾਨੂੰ ਲੱਗਦਾ ਨਹੀਂ ਕੌਮ ਨੂੰ ਕਿਤੇ ਲਿਜਾਵੇਗੀ? ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਦਿਲੋਂ ਇੱਕ ਬਹੁਤ ਵਧੀਆ ਵਿਦਵਾਨ ਸੱਜਣ ਦੇ ਤੌਰ ਤੇ ਸਤਿਕਾਰ ਕਰਦਾ, ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਸਤਿਕਾਰ ਕਰਦਾ ਰਹਾਂਗਾ। ਪਰ ਕਿਉਂਕਿ ਮੈਂ ਸੰਗਤ ਨੂੰ ਜਵਾਬ ਦਿਆਂ ਜਿਹੜੀ ਸਿੱਖਾਂ ਦੇ ਵਿੱਚ ਸਭ ਤੋਂ ਉੱਪਰ ਹੁੰਦੀ ਹੈ ਜੀ, ਸਰਬੱਤ ਖਾਲਸਾ ਦੇ ਪ੍ਰਬੰਧਕਾਂ ਚੋਂ ਇੱਕ ਧਿਰ ਹੋਣ ਦੇ ਨਾਤੇ ਜਦੋਂ ਤੱਕ ਕੌਮ ਦਾ ਕੋਈ ਅਗਲਾ ਫੈਸਲਾ ਨਹੀਂ ਹੋ ਜਾਂਦਾ, ਮੈਂ ਸਰਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਮੰਡ ਸਾਹਿਬ, ਬਲਜੀਤ ਸਿੰਘ ਦਾਦੂਵਾਲ ਤੇ ਅਜਨਾਲਾ ਸਾਹਿਬ ਨੂੰ ਹੀ ਜਥੇਦਾਰ ਮੰਨਾਂਗਾ। ਅਜਨਾਲਾ ਸਾਹਿਬ ਤਾਂ ਕਈ ਵਾਰੀ ਹਥਿਆਰ ਛੱਡ ਕੇ ਉਹਨਾਂ ਨੇ ਬਿਆਨ ਆਏ ਅਖਬਾਰ ਦੇ ਵਿੱਚ, ਮੈਂ ਸਹਿਯੋਗ ਨਹੀਂ, ਆਪਣੀ ਗੱਲ ਕਰ ਰਿਹਾ, ਇਸ ਕਰਕੇ ਮੈਂ ਛੱਡ ਰਿਹਾ ਵਾਂ। ਮੈਂ ਆਪਣੀ ਗੱਲ ਕਰ ਰਿਹਾ। ਇਹ ਫੈਸਲਾ ਵੀ ਅੱਗੇ ਕੋਈ ਸਰਬੱਤ ਖਾਲਸਾ ਵਰਗੀ ਸੰਸਥਾ ਹੀ ਕਰ ਸਕਦੀ ਹੈ, ਨਾ ਮੈਂ ਮੇਰੀ ਪਾਰਟੀ ਕਰ ਸਕਦੀ ਹੈ, ਨਾ ਅਜਨਾਲਾ ਸਾਹਿਬ ਕਰ। ਹਾਂ, ਉਹਨਾਂ ਨੇ ਦੇਣਾ ਹੈ। ਉਹ ਬਿਆਨ ਸਾਡੇ ਕੋਲ ਪਿਆ ਜੀ, ਮੈਂ ਕਹਿੰਦਾ ਇਹ ਤੁਸੀਂ ਵੀ ਪੜਿਆ ਉਹ ਬਿਆਨ? ਅਜਨਾਲਾ ਸਾਹਿਬ ਦਾ ਫੈਸਲਾ ਹੈ ਨਾ ਜੀ ਇਹ। ਤੁਸੀਂ ਅੱਜ ਮੈਨੂੰ ਜ਼ਿੰਮੇਵਾਰੀ ਦਿੱਤੀ, ਮੈਂ ਜ਼ਿੰਮੇਵਾਰੀ ਛੱਡਤੀ, ਅਖਬਾਰ ਤੇ ਲਾਤਾ। ਫਿਰ ਮੈਂ ਨਹੀਂ ਦਿੱਤੀ, ਸਰਬੱਤ ਖਾਲਸਾ ਨੇ ਦਿੱਤੀ ਹੈ, ਨਾ ਮੇਰੀ ਪਾਰਟੀ ਨੇ ਦਿੱਤੀ ਹੈ। ਅਸੀਂ ਕਿਵੇਂ ਉਸ ਚੀਜ਼ ਨੂੰ ਇਸ ਮੁੱਦੇ ਤੇ ਮੈਂ ਵੀ ਸਰਬੱਤ ਖਾਲਸੇ ਦੇ ਵਿੱਚ ਸਾਂ, ਆਪਾਂ ਨੂੰ ਸਾਰਾ ਪਤਾ ਕੀ ਹੋਇਆ। ਚਲੋ ਆਪਾਂ ਉਸ ਮੁੱਦੇ ਨੂੰ ਵੀ ਥੋੜਾ ਜਿਹਾ ਆਪਾਂ ਛੱਡ ਕੇ, ਕੀ ਉਹਨਾਂ ਦੀ ਨੇਕ ਅਗਵਾਈ ਪਿਛਲੇ ਦਿਨਾਂ ਵਿੱਚ ਆਰਐਸਐਸ ਦੇ ਖਿਲਾਫ ਬਿਆਨ ਦੇਣਾ, ਗਤੀਵਿਧੀਆਂ ਦੇ, ਸ਼ਹੀਦਾਂ ਦੇ ਹੱਕ ਦੇ ਵਿੱਚ ਬਿਆਨ ਦੇਣਾ, ਤਾਂ ਰਵਨੀਤ ਬਿੱਟੂ ਨੇ ਉਦੋਂ ਵੀ ਵਿਰੋਧ ਕੀਤਾ ਸੀ ਉਹਨਾਂ ਦਾ। ਤੁਹਾਨੂੰ ਲੱਗਦਾ ਨਹੀਂ ਵੀ ਉਹ ਕੁਝ ਐਸੇ ਡਿਸੀਜਨ ਲੈ ਰਹੇ ਨੇ? ਇਹ ਬਿਆਨ ਜਿਹੜਾ ਦਿੱਤਾ ਉਹਨਾਂ ਨੇ ਖਾਸ ਕਰਕੇ ਆਰਐਸਐਸ ਦੇ ਖਿਲਾਫ, ਮੈਂ ਭਰਪੂਰ ਸ਼ਲਾਘਾ ਕਰਦਾ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜੀ, ਪਰ
ਗੱਲਾਂ ਇਹ ਨੇ ਕਿ ਜਿੱਥੇ RSS ਦੇ ਅਸੀਂ ਵਿਰੋਧ ਕਰ ਰਹੇ ਹਾਂ, ਪਰ ਉੱਥੇ ਰਾਜਨੀਤਿਕ ਹੋਣ ਦੇ ਨਾਤੇ ਮੈਂ ਇਹ ਵੀ ਜਾਣਦਾ ਕਿ ਅੱਜ ਕੱਲ ਬਾਦਲਾਂ ਨੂੰ ਥੋੜਾ ਜਿਹਾ RSS ਨੇ ਪਿੱਛੇ ਕੀਤਾ ਹੋਇਆ ਹੈ। ਤੇ ਮੈਨੂੰ ਇਹ 35-40 ਸਾਲ ਦਾ ਤਜਰਬਾ ਇਹ ਵੀ ਅੰਦਰੋਂ ਕਹਿੰਦਾ ਹੈ ਕਿ ਕਿਤੇ ਗਿਆਨੀ ਜੀ ਬਾਦਲ ਦੇ ਕਹਿਣ ਤੇ ਤਾਂ ਨਹੀਂ ਦਬਾਅ ਬਣਾ ਰਹੇ। RSS ਨੂੰ ਕਹਿਣ ਤੇ ਫਿਰ RSS ਪੁੱਛੇ ਵੀ ਤੁਸੀਂ ਭਾਈ ਸਿੱਖ ਤਖਤ ਕਿਉਂ ਸਾਡੇ ਉਲਟ ਕਰਤਾ ਜੀ, ਤੇ ਬਾਦਲ ਦੀ ਕੋਈ ਕੀਮਤ ਪੈ ਜੇ। ਉਹਦਾ ਸ਼ੱਕ ਤਾਂ ਪੈਂਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹਦੇ ਤੇ ਬਾਦਲਾਂ ਦੀ ਸਿੱਧੀ ਗੱਲ ਆਉਂਦੀ ਹੈ ਤੇ ਗਿਆਨੀ ਜੀ ਉਸ ਬਾਰੇ ਤਾਂ ਕੋਈ ਬਿਆਨ ਦਿੰਦੇ ਨਹੀਂ ਹਨ। ਤੇ RSS ਦੇ ਬਾਰੇ ਜਿਹੜੇ ਅਸਿੱਧੇ ਤੌਰ ਤੇ ਸਾਡੇ ਤੇ ਰਾਜ ਬਾਦਲਾਂ ਨਹੀਂ ਕਰਦੇ ਰਹੇ ਨੇ ਜਾਂ ਕਰਦੇ ਨੇ, ਉਹਨਾਂ ਬਾਰੇ ਬਿਆਨ ਦੇ ਦਿੰਦੇ ਨੇ। ਸੋ ਇਹ ਦੋ ਗੱਲਾਂ ਦੇ ਹੋਣ ਕਰਕੇ ਮੈਂ ਬਾਰ-ਬਾਰ ਕਹਾਂਗਾ ਕਿ ਗਿਆਨੀ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ ਜੀ, ਕਿਉਂਕਿ ਉਹਨਾਂ ਦੇ ਹੁਣ ਤੱਕ ਦਾ ਜਿਹੜਾ ਪੀਰੀਅਡ ਹੋਇਆ ਹੈ ਉਹ ਬਿਆਨਬਾਜ਼ੀ ਦੇ ਵਿੱਚ ਬਾਕੀਆਂ ਨਾਲੋਂ ਅਲੱਗ ਹੈ, ਪਰ ਕੇਵਲ ਬਿਆਨਾਂ ਨੇ ਜਾਂ ਅਖਬਾਰੀ ਬਿਆਨਾਂ ਨੇ ਉਹ ਨਹੀਂ ਕਰਨਾ ਕੌਮ ਦਾ ਜੋ ਅੱਜ ਕੌਮ ਨੂੰ ਪ੍ਰੈਕਟੀਕਲੀ ਚਾਹੀਦਾ ਹੈ ਜੀ। ਰਾਜ ਵਾਲੇ ਪਾਸੇ ਹੁਣ ਆਪਾਂ ਸਾਰੇ ਘੱਲੂਕਾਰੇ ਦੀ ਆਪਾਂ ਇੰਨੀਆਂ ਇੰਟਰਵਿਊ ਕਰ ਲਈਆਂ ਨੇ ਜੀ ਜੀ। ਰਾਜ ਵਾਲੇ ਪਾਸੇ, ਰਾਜ ਸੱਤਾ ਵਾਲੇ ਪਾਸੇ, ਜੇ ਆਪਾਂ ਇਸ ਤੋਂ ਵੀ ਥੋੜੇ ਜਿਹੇ ਪਿਛੋਕੜ ਵਿੱਚ ਚਲੇ ਜਾਈਏ ਤੇ ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ, ਵੈਸੇ ਤੁਹਾਡੀ ਪਾਰਟੀ ਰਾਜ ਦੀ ਗੱਲ ਕਰਦੀ ਹੈ, ਨੋ ਡਾਊਟ। ਮੈਂ ਜਿੱਥੇ ਤੁਹਾਡੀ ਸਹੀ ਗੱਲ ਹੈ ਉਹਨੂੰ ਸਹੀ ਨੂੰ ਸਹੀ ਠਹਿਰਾਵਾਂਗਾ, ਜਿੱਥੇ ਕੋਈ ਗੱਲ ਮੈਨੂੰ ਨਹੀਂ ਜਚੇਗੀ, ਔਰ ਜ਼ਰੂਰੀ ਨਹੀਂ ਕਿ ਉੱਥੇ ਤੁਸੀਂ ਗਲਤ ਹੋਵੋਗੇ, ਜੋ ਮੇਰੇ ਅੰਦਰ ਫਿਲਮ ਹੈ ਤਾਂ ਵੈਸੀ ਹੋਵੇਗੀ। ਕਈ ਵਾਰ ਹੋ ਸਕਦਾ ਮੇਰਾ, ਹਾਂਜੀ, ਮੇਰਾ ਆਪਣਾ ਜਿਹੜਾ ਆ ਉਹ ਪ੍ਰਸੰਗ ਧੁੰਦਲਾ ਹੋ ਸਕਦਾ ਆ। ਤੁਹਾਡੀ ਪਾਰਟੀ ਰਾਜ ਦੀ ਗੱਲ ਕਰਦੀ ਆ, ਆਪਾਂ ਪਿਛੋਕੜ ਦੇ ਵਿੱਚ ਚਲੇ ਜਾਈਏ। ਬੌਧ ਧਰਮ ਦਾ ਪ੍ਰਚਾਰ ਉਦੋਂ ਸਿਖਰ ਦੇ ਉੱਪਰ ਹੋ ਗਿਆ ਜਦੋਂ ਰਾਜਾ ਬੋਧੀ ਹੋ ਗਿਆ। ਜਦੋਂ ਕੋਈ ਰਾਜ ਸੱਤਾ ਦੇ ਵਿੱਚ ਹੁੰਦਾ ਹੈ ਉਦੋਂ ਬਹੁਤ ਅੱਗੇ ਤੱਕ ਗੱਲ ਚਲੀ ਜਾਂਦੀ। ਜੇ ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਸੱਤਾ ਵਿੱਚ ਹੈ, ਇਹਨਾਂ ਨੂੰ ਪ੍ਰਚਾਰ ਦੀ ਐਡੀ ਜ਼ਰੂਰਤ ਨਹੀਂ ਕਿਉਂਕਿ ਸਾਰੇ ਸਾਧਨ ਇਹਨਾਂ ਕੋਲ ਮੌਜੂਦ ਨੇ। ਇਸ ਗੱਲ ਨੂੰ ਸਿੱਖ ਕਦੋਂ ਸਮਝੇਗਾ ਤੇ ਰਾਜ ਸੱਤਾ ਵਾਲੇ ਪਾਸੇ ਸੰਵਿਧਾਨਕ ਤੌਰ ਤੇ ਕਦੋਂ ਵਧੇਗਾ? ਦੇਖੋ, ਤੁਹਾਡੀ ਰਾਜੇ ਅਸ਼ੋਕ ਵਾਲੀ ਗੱਲ ਨੂੰ ਨਾਲ ਤਾਂ ਮੈਂ ਸਹਿਮਤ ਹਾਂ ਜੀ, ਵੀ ਰਾਜਾ ਅਸ਼ੋਕ ਜਦੋਂ ਬੋਧੀ ਹੋ ਗਿਆ ਤਾਂ ਬੁੱਧ ਧਰਮ ਦਾ ਪ੍ਰਚਾਰ ਅਫਗਾਨਿਸਤਾਨ ਦੇ ਬਾਮਿਆਨ ਤੱਕ ਤੇ ਸ੍ਰੀਲੰਕਾ, ਚਾਈਨਾ, ਜਾਪਾਨ ਤੱਕ ਪਹੁੰਚਿਆ, ਅੱਜ ਵੀ ਹੈ ਜੀ। ਰਾਜ ਬਿਨਾਂ ਨਾ ਧਰਮ ਚਲੇ ਹੈ, ਇਹ ਮੈਨੂੰ ਮੇਰੇ ਗੁਰੂ ਦੀ ਅਗਵਾਈ ਹੈ ਤੇ ਰਾਜ ਦੀ ਗੱਲ ਤਾਂ ਧਰਮ ਦੇ ਨਾਲ ਜੋੜ ਕੇ ਕੀਤੀ ਹੋਈ ਹੈ। ਹੁਣ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਵੀ ਅਸੀਂ ਖਾਲਿਸਤਾਨ ਦੀ ਗੱਲ ਤਾਂ ਕਰ ਲਈ, ਹੋਰ ਕਿਹੜੇ ਰਾਜ ਦੀ ਗੱਲ ਤੁਸੀਂ ਪੁੱਛਣਾ ਚਾਹੁੰਦੇ? ਅੱਜ ਦੇ ਬੱਚੇ ਨੂੰ ਜੀ, ਜ਼ਰੂਰੀ ਨਹੀਂ ਕਿ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨ ਇੱਕ ਦੇਸ਼ ਦੀ ਗੱਲ ਚੱਲਦੀ ਪਈ ਹੈ। ਜੀ ਜੀ। ਅਸੀਂ ਸੱਤਾ ਦੇ ਵਿੱਚ ਹੋਣਾ, ਸਾਡੇ ਫੈਸਲੇ ਰੋਜ਼ ਸੜਕਾਂ ਦੇ ਉੱਪਰ ਹੀ ਹੋਣਗੇ, ਰੋਜ਼ ਅਸੀਂ ਸੜਕਾਂ ਦੇ ਉੱਪਰ ਧਰਨੇ ਲਾਵਾਂਗੇ, ਸਾਡੇ ਫੈਸਲੇ ਵਿਧਾਨ ਸਭਾ ਦੇ ਵਿੱਚ ਗੂੰਜੇ, ਸਵੇਰੇ ਸਿੱਖਾਂ ਦੇ ਨਾਲ ਹੋ ਗਿਆ। ਵਿਧਾਨ ਸਭਾ ਦੀ ਗੱਲ ਕਰਦੇ ਹੋ? ਮੈਂ ਇਹ ਗੱਲ ਕਰਦਾ ਪਿਆ ਵੀ ਅਸੀਂ ਰਾਜ ਵਾਲੇ ਪਾਸੇ ਕਦੋਂ ਵਧਾਂਗੇ? ਜਦੋਂ ਕੋਈ ਚੰਗਾ ਬੰਦਾ ਕਿਸੇ ਪੋਲੀਟੀਕਲ ਏਜੰਡੇ ਵਾਲੇ ਪਾਸੇ ਤੁਰਦਾ ਹੈ ਤੇ ਉਦੋਂ ਤੁਹਾਡੀ ਗੱਲ ਨਹੀਂ ਕਰਦਾ, ਤੁਹਾਡੇ ਵਰਗੇ ਸਿਆਣੇ ਪੁਰਸ਼ ਥਾਪੜਾ ਦੇ ਕੇ ਪਤਾ ਕੀ ਕਹਿੰਦੇ ਆ, ਬੇਟਾ ਰਾਜਨੀਤੀ ਤੇ ਮੇਰਾ ਗੰਦ ਹੈ, ਇਹ ਕਹਿ ਕੇ ਪਿੱਛੇ ਤੋਰ ਦਿੱਤਾ ਜਾਂਦਾ। ਜਦ ਕਿ ਇਹ ਬਿਆਨ ਵੀ ਆਪਣੇ ਆਪ ਵਿੱਚ ਬੜਾ ਰਾਜਨੀਤਿਕ ਹੁੰਦਾ ਹੈ ਵੀ ਜੇ ਚੰਗਾ ਬੰਦਾ ਅੱਗੇ ਜਾਣ ਲੱਗਦਾ ਅਸੀਂ ਉਹਨੂੰ ਰੋਕ ਦਿੰਦੇ ਆ, ਜਦ ਕਿ ਸਾਡਾ ਫਰਜ਼ ਬਣਦਾ ਜੇ ਚੰਗਾ ਬੰਦਾ ਜਾਏਗਾ ਸਾਡੇ ਅਧਿਕਾਰਾਂ ਦੀ ਗੱਲ ਕਰੇਗਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਵਿਸ਼ੇਸ਼ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਏ, ਉਹ ਪਾਰਲੀਮੈਂਟ ਦੇ ਵਿੱਚ ਮਾਮਲਾ ਬਣੇ, ਵਿਧਾਨ ਸਭਾ ਦੇ ਵਿੱਚ ਬਣੇ। ਅਸੀਂ ਰਾਜ ਵਾਲੇ ਪਾਸੇ ਕਦੋਂ ਵਧਾਂਗੇ? ਮੈਂ ਬਹੁਤ, ਜਿੰਨੀ ਕੁ ਮੇਰੀ ਇਸ ਬਾਰੇ ਤਜਰਬਾ ਤੇ ਅਕਲ ਹੈ, ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਵਿੱਚ ਕਿ ਰਾਜ, ਹੁਣ ਵਿਧਾਨ ਸਭਾ ਦੀ ਉਹ ਗੱਲ ਕਰ ਲਓ, ਪਾਰਲੀਮੈਂਟ ਦੀ ਉਹ ਗੱਲ ਕਰ ਲਓ, ਉਹ ਉਦੋਂ ਮਿਲਣਾ ਹੈ ਜਦੋਂ ਬਹੁ ਗਿਣਤੀ ਲੋਕਾਂ ਨੇ ਸਾਡੀ ਸੋਚ ਵਾਲੇ ਲੋਕਾਂ ਨੂੰ ਚੁਣ ਕੇ ਅੱਗੇ ਲਿਆਉਣਾ ਹੈ ਜੋ ਅਸੀਂ ਸਮਝਦੇ ਹਾਂ। ਹੁਣ ਇਹਦੇ ਨਾਲ ਜੁੜਿਆ ਹੋਇਆ ਸਵਾਲ ਇਹ ਹੈ ਕਿ ਕੋਈ ਐਸਾ ਫਰੰਟ ਬਣੇ ਜਿਹਦੇ ਵਿੱਚ ਮੌਜੂਦਾ ਲੀਡਰਸ਼ਿਪ ਜਿਹੜੀ ਤੁਰੀ ਫਿਰਦੀ ਹੈ ਉਹਦਾ ਵੱਡਾ ਹਿੱਸਾ ਇੱਕ ਪਾਸੇ ਹੋ ਜੇ ਤੇ ਜਿਹੜੀਆਂ ਆਪਾਂ ਨੇ ਹੁਣ ਪਿਛਲੇ ਸਾਰੇ ਐਪੀਸੋਡ ਦੇ ਵਿੱਚ ਗੱਲਾਂ ਕੀਤੀਆਂ ਨੇ, ਉਹਦੇ ਵਿੱਚੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਕਾਂਗਰਸ ਤੇ ਬੀਜੇਪੀ, ਬਾਦਲ, ਇਹ ਜਿਹੜੇ ਨੇ ਇਹ ਸਿੱਖਾਂ ਤੇ ਪੰਜਾਬ ਦਾ ਭਲਾ ਨਹੀਂ। ਹੁਣ ਅਗਲੀ ਗੱਲ ਇਹ ਹੈ ਕਿ ਕੀ ਅਸੀਂ ਇੱਥੇ ਤੱਕ ਹੀ ਸੀਮਤ ਰਹਿ ਜਾਾਂਗੇ ਇਹ ਕਹਿ ਕੇ ਕਿ ਇਹ ਤਾਂ ਪੰਜਾਬ ਦੇ ਹੱਕ 'ਚ ਹੈ ਨਹੀਂ। ਸੋ ਮੈਂ ਇਹ ਗੱਲ ਅੱਜ ਸਪਸ਼ਟ ਕਰਨਾ ਚਾਹੁੰਦਾ ਕਿ ਕੋਈ ਐਸੀ ਧਿਰ ਕਿਵੇਂ ਬਣੇ ਜਿਹੜੀ ਇਹਨਾਂ ਦਾ ਟਾਕਰਾ ਵੀ ਕਰੇ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਅੱਜ ਦਾ ਹੱਲ ਕੱਢੇ। ਉਹਦੇ ਲਈ ਮੇਰੇ ਕੋਲ ਇੱਕੋ ਹੀ ਸੂਝ ਹੈ, ਚਾਹੇ ਇਹਨੂੰ ਫਾਰਮੂਲਾ ਕਹਿ ਲਓ, 36 ਸਾਲ ਦਾ ਤਜਰਬਾ ਜਾਂ 36 ਸਾਲ ਦਾ ਮਾਨਸਿਕ ਤੇ ਸਰੀਰਕ ਕਸ਼ਟ ਮੈਨੂੰ ਤੇ ਮੇਰੀ ਪਾਰਟੀ ਨੂੰ ਇਹ ਗੱਲ
ਸਿਖਾ ਗਿਆ ਕਿ ਆਖਰ ਸਿੱਖਾਂ ਦੀ ਲੀਡਰਸ਼ਿਪ ਦੇ ਇੱਕ ਪਾਸੇ ਇਕੱਠੇ ਹੋਣ ਦਾ ਫਾਰਮੂਲਾ ਕੀ ਹੋਵੇ। ਸਾਨੂੰ ਕੁਝ ਲੋਕ ਇਹ ਕਹਿ ਕੇ ਪਾਸੇ ਹੋ ਜਾਂਦੇ ਨੇ ਵੀ ਤੁਸੀਂ ਤਾਂ ਖਾਲਿਸਤਾਨੀ ਹੋ। ਅਸੀਂ ਇਸ ਗੱਲ ਦੇ ਉੱਤੇ ਵੀ ਮੋਹਕਮ ਸਿੰਘ ਹੋਣਾ ਨਾਲ ਸਹਿਮਤ ਹੋ ਗਏ ਵੀ ਤੁਸੀਂ ਖਾਲਿਸਤਾਨ ਨਹੀਂ ਮੰਗਦੇ, ਪਰ ਤੁਸੀਂ ਸਾਡੇ ਬੈਠਿਆਂ ਖਾਲਿਸਤਾਨ ਦਾ ਵਿਰੋਧ ਨਾ ਕਰਿਓ। ਠੀਕ ਹੈ, ਅਸੀਂ ਫਾਰਮੂਲਾ ਦੂਜਿਆਂ ਨਾਲ ਵੀ ਡਿਸਕਸ ਕਰ ਸਕਦੇ ਹਾਂ, ਪਰ ਇਕੱਲੇ ਸਾਡੀ ਗੱਲ ਨਹੀਂ ਨਾ ਹੈ। ਮੈਂ ਅੱਜ ਇਹ ਗੱਲ ਕਹਿਣਾ ਕਿ ਸਿੱਖਾਂ ਦੇ ਵਿੱਚ ਇੱਕ ਲਾਈਨ ਖਿੱਚੀ ਜਾਵੇ ਬਾਬਾ ਦੀਪ ਸਿੰਘ ਵਾਂਗ। ਇੱਕ ਪਾਸੇ ਉਹ ਲੋਕ ਹੋਣ ਜਿਹੜੇ ਸੰਤ ਜਰਨੈਲ ਸਿੰਘ ਨੂੰ ਸਿੱਖਾਂ ਤੇ ਪੰਜਾਬ ਦੇ ਵਿਰੋਧੀ ਦੇ ਤੌਰ ਤੇ ਦੇਖਦੇ ਨੇ, ਉਹ ਕੋਈ ਹੋਣ। ਠੀਕ ਹੈ, ਬਾਦਲ ਆਪਣੀ ਗੱਲ ਸਪਸ਼ਟ ਕਰ ਦੇਵੇ, ਟਕਸਾਲੀ ਆਪਣੀ ਗੱਲ ਸਪਸ਼ਟ ਕਰ ਦੇਣ, ਭਾਈ ਰਣਜੀਤ ਸਿੰਘ ਆਪਣੀ ਗੱਲ ਕਰ ਦੇਣ, ਭੌਰ ਸਾਹਿਬ ਆਪਣੀ, ਮੈਂ ਉਦਾਹਰਨ ਦੇ ਰਿਹਾ ਇਹਨਾਂ ਲੋਕਾਂ ਦੀ, ਰਵਿੰਦਰ ਸਿੰਘ ਆਪਣੀ ਗੱਲ ਕਰ ਦੇਣ। ਫੈਸਲਾ ਲੋਕਾਂ ਤੇ ਛੱਡ ਦਿਓ। ਤੇ ਦੂਜੇ ਪਾਸੇ ਉਹ ਸਾਰੇ ਲੋਕ ਹੁਣ ਜਿਹਨਾਂ ਦੇ ਆਪਸ ਵਿੱਚ ਸਾਡੇ ਵਾਂਗ, ਸਾਡੇ ਨਾਲ ਜਾਂ ਸਾਡੇ ਉਹਨਾਂ ਨਾਲ ਕੋਈ ਸੁਭਾਅ ਕਿਸੇ ਕਾਰਨ ਕਰਕੇ ਕਿਸੇ ਗੱਲ ਤੇ ਵਿਚਾਰ ਨਹੀਂ ਮਿਲਦੇ, ਪਰ ਇਸ ਗੱਲ ਤੇ ਅਸੀਂ ਸਮਝਿਆ ਕਿ ਸੰਤ ਜਰਨੈਲ ਸਿੰਘ ਨੇ ਜੋ ਕੀਤਾ ਉਹ ਠੀਕ ਕੀਤਾ। ਸੋ ਮੇਰਾ ਮਤਲਬ ਕਹਿਣ ਤੋਂ ਇਸ ਗੱਲ ਦੇ ਉੱਤੇ ਹੀ ਸਹਿਮਤੀ ਕਰ ਲੈਣੀ ਚਾਹੀਦੀ ਹੈ ਕਿ ਇੱਕ ਪਾਸੇ ਉਹ ਲੋਕ ਸਾਰੇ ਇਕੱਠੇ ਹੋ ਜਾਓ ਜਿਹੜੇ ਸੰਤ ਜਰਨੈਲ ਸਿੰਘ ਨੂੰ ਪੰਜਾਬ ਤੇ ਸਿੱਖਾਂ ਲਈ ਜੀ, ਮਨੁੱਖਤਾ ਲਈ ਖਾਸ ਕਰਕੇ ਸਹੀ ਮੰਨਦੇ ਆ, ਅਸੀਂ ਉਹ ਇਕੱਠੇ ਹੋ ਜਾਈਏ, ਅਸੀਂ ਉਹਨਾਂ ਵਿੱਚ ਹੋਵਾਂਗੇ। ਦੂਜੇ ਪਾਸੇ ਉਹ ਲੋਕ ਹੋ ਜਾਣ ਜਿਵੇਂ ਨਵਨੀਤ ਬਿੱਟੂ ਦਿੰਦਾ ਹੈ, ਇਹਦਾ ਦੂਜੇ ਵੀ ਕਰਕੇ ਦੇਣ, ਆਪਣਾ ਮਤਲਬ ਕਿ ਹੌਸਲਾ ਕਰਕੇ ਦੇਣ ਵੀ ਅਸੀਂ ਸੰਤ ਜਰਨੈਲ ਸਿੰਘ ਨੂੰ ਠੀਕ ਨਹੀਂ ਮੰਨਦੇ, ਉਲਟਾ ਗਲਤ ਮੰਨਦੇ ਆ। ਆਪੇ ਨਿਬੇੜਾ ਹੋ ਜਾਊਗਾ, ਸੰਗਤ ਫੈਸਲਾ ਕਰ ਲਵੇ। ਮੈਂ ਇਸ ਚੀਜ਼ ਤੋਂ ਬਿਨਾਂ ਹਜੇ ਤੱਕ ਕੋਈ ਹੋਰ ਫਾਰਮੂਲਾ ਬਣਿਆ ਨਹੀਂ। ਬਾਕੀ ਤਾਂ ਸਾਰਾ ਕੋਈ ਪੈਸੇ ਨਾਲ ਵੋਟਾਂ ਖਰੀਦ ਰਿਹਾ ਹੈ, ਕੋਈ ਸ਼ਰਾਬ ਨਾਲ ਖਰੀਦ ਰਿਹਾ ਹੈ, ਕੋਈ ਭੁੱਕੀ ਨਾਲ ਖਰੀਦ ਰਿਹਾ ਹੈ, ਉਹੀ ਰਾਜਾ ਬਣ ਜਾਂਦਾ। ਉਦੋਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਤੇ ਪਿਛਲਾ 36 ਸਾਲ ਤੋਂ ਲੈ ਕੇ ਵੈਸੇ ਤਾਂ 72 ਸਾਲ ਹੋ ਗਏ ਇਹੀ ਕੁਝ ਦੇਖਦੇ ਆ ਰਹੇ ਹਾਂ, ਪਰ ਅਸੀਂ ਕਿਉਂਕਿ ਇਹਨਾਂ 36 ਸਾਲਾਂ ਦੀ ਗੱਲ ਕਰਦੇ ਹਾਂ ਜਾਂ ਇਹਨਾਂ 40 ਸਾਲਾਂ ਦੀ ਗੱਲ, 78 ਤੋਂ ਲੈ ਕੇ ਸਾਡੀ ਲੜਾਈ ਲਗਾਤਾਰ ਚੱਲੀ ਆਉਂਦੀ ਹੈ ਜੀ। 78 ਤੋਂ ਲੈ ਕੇ ਅੱਜ ਤੱਕ ਜੋ ਕੁਝ ਹੋਇਆ ਹੈ, ਇੱਕ ਪਾਸੇ ਉਹ ਲੋਕ ਨੇ ਜਿਹੜੇ ਧਰਮ ਦੀ ਗੱਲ ਕਰਦੇ ਰਹੇ ਨੇ ਤੇ ਮਰਦੇ ਰਹੇ ਨੇ, ਸ਼ਹੀਦ ਹੁੰਦੇ ਰਹੇ ਨੇ, ਤੇ ਉਹਨਾਂ ਦੀ ਕੋਈ ਵੀ ਗੱਲ ਮੰਨੀ ਨਹੀਂ। ਅੱਜ ਦੇ ਯੂਥ ਨੂੰ ਰਾਜ ਸੱਤਾ ਵਾਲੇ ਪਾਸੇ ਜੋੜਨ ਦੇ ਲਈ ਸਭ ਤੋਂ ਪਹਿਲ ਕਦਮ ਕੀ ਹੋਵੇ? ਫੇਸਬੁੱਕ ਤੇ ਸੋਸ਼ਲ ਮੀਡੀਆ ਅੱਜ ਇਹ ਗੱਲ ਕਹਿੰਦਾ ਹੈ ਕਿ ਬਹੁਤੇ ਨੌਜਵਾਨ ਜਿਹੜੇ ਨੇ ਉਹ ਸੰਤ ਜਰਨੈਲ ਸਿੰਘ ਨੂੰ ਠੀਕ ਮੰਨਦੇ ਨੇ। ਉਹਨਾਂ ਦੀ ਪ੍ਰੈਕਟੀਕੇਬਿਲਟੀ ਵੀ ਉਦੋਂ ਪਤਾ ਲੱਗੂਗੀ ਜਦੋਂ ਇਹ ਲਾਈਨ ਖਿੱਚੀ ਜਾਊਗੀ ਵੀ ਉਹ ਇੱਧਰ ਆਉਂਦੇ ਨੇ ਕਿ ਉੱਧਰ ਜਾਂਦੇ, ਦੂਜੇ ਪਾਸੇ ਹੀ ਹੈ। ਸਾਨੂੰ ਕੋਈ ਨਾਰਾਜ਼ਗੀ ਤਾਂ ਅੱਜ ਵੀ ਨਹੀਂ ਹੈ, ਉਦੋਂ ਵੀ ਨਹੀਂ ਹੋਊਗੀ ਵੀ ਬਹੁਤੇ ਲੋਕ ਉਧਰ। ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਡਾਇਸਪੋਰਾ ਸਿੱਖਾਂ ਨੂੰ ਵੀ ਤੇ ਪੰਜਾਬ ਤੇ ਇੰਡੀਆ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਤੇ ਮਨੁੱਖਵਾਦੀਆਂ ਨੂੰ ਕਿ ਜਾਂ ਤਾਂ ਸਿੱਧ ਕਰੋ, ਫਿਰ ਸਿੱਧ ਹੋਏਗਾ ਨਾ ਜਦੋਂ ਲਾਈਨ ਖਿੱਚੀ ਜਾਊਗੀ। ਵੀ ਜੇ ਅਸੀਂ ਕਹਾਂਗੇ ਜਰਨੈਲ ਸਿੰਘ ਜੀ ਠੀਕ ਸੀਗੇ ਤਾਂ ਸਾਨੂੰ ਸਿੱਧ ਕਰਨਾ ਪਏਗਾ, ਜਿਵੇਂ ਆਪਾਂ ਇਹਨਾਂ ਐਪੀਸੋਡਾਂ 'ਚ ਗੱਲ ਕੀਤੀ ਹੈ, ਬੈਠ ਕੇ ਸਾਹਮਣੇ ਸਿੱਧ ਕਰਨ ਲਈ ਤਿਆਰ ਹਾਂ। ਜੇ ਅਸੀਂ ਦਲੀਲ ਦੇ ਵਿੱਚ ਮਾਰ ਖਾਂਦੇ ਹਾਂ ਫਿਰ ਸਾਨੂੰ ਦੂਜਿਆਂ ਨੂੰ ਠੀਕ ਮੰਨਣਾ ਚਾਹੀਦਾ। ਜੇ ਉਹ ਮਾਰ ਖਾਂਦੇ ਨੇ ਤਾਂ ਲੋਕ ਫੈਸਲਾ ਕਰਨ ਕਿ ਉਹਨਾਂ ਨੂੰ ਵੋਟ ਨਾ ਪਾਉਣ ਜੀ। ਤੇ ਲੋਕਾਂ ਦੇ ਸਾਨੂੰ ਵੀ ਖਾਲਿਸਤਾਨ ਕਦੋਂ ਬਣਦਾ ਹੈ, ਕਿਵੇਂ ਬਣਦਾ ਹੈ, ਇਹ ਸਾਡੇ ਸੰਘਰਸ਼ ਦਾ ਇੱਕ ਹਿੱਸਾ ਹੈ ਜੀ। ਪਰ ਅੱਜ ਸਾਨੂੰ ਪਾਣੀ ਵੀ ਚਾਹੀਦਾ ਹੈ, ਅੱਜ ਸਾਨੂੰ ਧਰਤੀ ਪੰਜਾਬ ਦੀ ਵੀ ਬਚਾਉਣੀ ਹੈ, ਅੱਜ ਸਾਨੂੰ ਬਿਜਲੀ ਵੀ ਬਚਾਉਣੀ ਹੈ, ਅੱਜ ਸਾਨੂੰ ਆਰਥਿਕਤਾ ਬਚਾਉਣੀ ਹੈ। ਇਸੇ ਧਰਤੀ ਨੇ ਹੀ ਕੱਲ ਖਾਲਿਸਤਾਨ ਬਣਨਾ ਹੈ। ਸੋ ਮੇਰਾ ਮਤਲਬ ਕਹਿਣ ਤੋਂ ਇਹਦਾ ਮੈਂ ਆਪਣਾ ਇਹ ਅਕੀਦਾ ਸਪਸ਼ਟ ਕਰਨਾ ਚਾਹੁੰਦਾ ਕਿ ਜੇਕਰ ਮੈਂ ਇਹ ਕਹਿ ਦੇਵਾਂ ਕਿ ਮੈਂ ਤਾਂ ਜੀ ਖਾਲਿਸਤਾਨ ਦੀ ਲੜਾਈ ਲੜਦਾ, ਮੈਨੂੰ ਇਹਨਾਂ ਕੰਮਾਂ ਨਾਲ ਕੋਈ ਵਾਸਤਾ ਨਹੀਂ, ਫਿਰ ਮੈਂ ਗੁਰੂ ਨਾਨਕ ਦਾ ਸਿੱਖ ਨਹੀਂ ਹੈਗਾ। ਮੈਂ ਖਾਲਿਸਤਾਨ ਦੀ ਲੜਾਈ ਵੀ ਲੜਾਂਗਾ ਤੇ ਅੱਜ ਦੇ ਲੋਕਾਂ ਦੀ ਲੜਾਈ ਦੀ ਵੀ ਲੜਾਂਗਾ, ਤਾਂ ਹੀ ਮੈਂ ਖਾਲਿਸਤਾਨੀ ਹਾਂ, ਤਾਂ ਹੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਜੀ। ਇਹ ਮੈਥਡ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ ਆ, ਉਹ ਅਸੀਂ ਛੱਡਾਂਗੇ ਨਹੀਂ। ਉਹ ਤਾਂ ਛੱਡਣ ਦਾ ਸਵਾਲ ਹੀ ਨਹੀਂ ਹੁੰਦਾ, ਪਰ ਇਹ ਵੀ ਨਹੀਂ ਛੱਡਾਂਗੇ ਕਿ ਜਿਹੜੇ ਇਸ ਧਰਤੀ ਦੇ ਵਿੱਚ ਇਸ ਵਕਤ ਦੇ ਮਸਲੇ ਨੇ, ਖਾਲਿਸਤਾਨ ਤੋਂ ਪਹਿਲਾਂ ਦੇ ਕਹਿ ਲਓ ਮਸਲੇ ਨੇ ਲੋਕਾਂ ਦੇ, ਉਹਨਾਂ ਦੇ ਹੱਲ ਲਈ ਵੀ ਅਸੀਂ ਤਰੱਦਦ ਕਰਨਾ ਚਾਹੁੰਦੇ ਹਾਂ। ਪਰ ਪਾਲਿਸੀ ਦਾ ਦਰਦ ਲੈ ਕੇ ਜੀਵਾਂਗੇ। ਪਾਲਿਸੀ ਮੈਟਰ ਦੇ ਉੱਤੇ ਮੈਂ ਜਿਹੜਾ ਕਿਹਾ, ਮੈਂ ਉਹਦੇ ਤੇ ਸਟ੍ਰੈਸ ਕਰਦਾ, ਇੱਕ ਲਾਈਨ ਜ਼ਰੂਰ ਖਿੱਚੋ। ਲਾਈਨ ਦਾ ਜਿਹੜਾ ਪੈਮਾਨਾ ਹੈ ਉਹ ਸੰਤ ਜਰਨੈਲ ਸਿੰਘ ਨੂੰ ਬਣਾ ਲਓ ਬਸ ਜੀ। ਜਿਹੜੀ ਮਰਜ਼ੀ ਹੈ ਉਹ ਵਿਰੋਧ ਕਰੇ, ਜਿਹਦੀ ਮਰਜ਼ੀ ਹੈ ਉਹ ਹੱਕ ਕਰੇ ਜੀ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ।
ਸੋ ਦਰਸ਼ਕੋ, ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ ਨੇ, ਗੱਲਾਂ ਬਾਤਾਂ ਹੋਰ ਵੀ ਬੜੇ ਕਰਦੇ, ਪਰ ਉਸ ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦੀ ਵਿਚਾਰ ਸਾਨੂੰ ਕਰਨੀ ਚਾਹੀਦੀ ਹੈ ਔਰ ਵਕਤ ਦੀਆਂ ਵਿਚਾਰਾਂ ਵੀ ਕੀਤੀਆਂ ਨੇ। ਵਕਤ ਦੇ ਹਿਸਾਬ ਨਾਲ ਪ੍ਰੋਗਰਾਮ ਦੀ ਅਸੀਂ ਸਮਾਪਤੀ ਵੀ ਲੱਗੇ ਹਾਂ ਕਰਨ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਫਿਰ ਕਿਸੇ ਸ਼ਖਸੀਅਤ ਦੇ ਨਾਲ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।